काफ़ी फर्क पै चुका। पहला करोना की मार से हुण किसानों के करके काम साडा बिल्कुल ठप पे है इस टाइम। ਕੰਮ ਤਾਂ ਪਹਿਲਾਂ ਵੀ ਹੈ ਨਹੀਂ ਸੀਗਾ, ਹੁਣ ਬਿਲਕੁਲ ਹੀ ਖਤਮ ਹੋ ਗਿਆ। ਅੱਗੇ ਥੋੜਾ ਬਹੁਤ ਗਾਹਕ ਆ ਜਾਂਦਾ ਸੀਗਾ ਪਿੰਡਾਂ ਤੋਂ ਸ਼ਹਿਰਾਂ ਤੋਂ, ਬਿਲਕੁਲ ਬੰਦ ਆ, ਕੋਈ ਆ ਹੀ ਨਹੀਂ ਰਿਹਾ, ਵਿਹਲੇ ਆ ਬਿਲਕੁਲ। ਵਪਾਰ ਜਿਹੜਾ ਦੋ ਚੀਜ਼ਾਂ ਤੇ ਨਿਰਭਰ ਕਰਦਾ ਹੈ, ਇੱਕ NRI ਹੈ ਤੇ ਔਰ ਇੱਕ ਕਿਸਾਨਾਂ ਦੇ ਉੱਪਰ। NRI ਆ ਨਹੀਂ ਰਿਹਾ ਔਰ ਕਿਸਾਨ ਅੰਦੋਲਨ 'ਚ ਫਸੇ ਹੋਏ ਹਨ। ਸਾਰਿਆਂ ਦੀ ਜ਼ਿੰਦਗੀ ਤੇ ਫਰਕ ਆ। ਕਿਸਾਨਾਂ ਦੀ ਵਿਚਾਰਿਆਂ ਦੀ ਬੜੀ ਔਖੀ ਜ਼ਿੰਦਗੀ ਹੈ। ਗਵਰਨਮੈਂਟ ਨੂੰ ਚਾਹੀਦਾ ਕਿ ਮੰਨ ਲੈਣਾ ਚਾਹੀਦਾ ਆ, ਜੋ ਵੀ ਕਹਿੰਦੇ ਆ, ਜੋ ਸਹੀ ਮੰਗਾਂ ਉਹਨਾਂ ਦੀਆਂ ਮੰਨਣੀਆਂ ਚਾਹੀਦੀਆਂ। ਬਾਜ਼ਾਰ ਤਾਂ ਜੀ ਕਰੋਨਾ ਨਾਲ ਵੀ ਬਿਲਕੁਲ ਕੰਮ ਖਤਮ ਸੀਗਾ। ਹੁਣ ਕਿਸਾਨੀ ਅੰਦੋਲਨ ਨਾਲ ਵੀ ਬਹੁਤ ਫਰਕ ਪੈ ਗਿਆ, ਪੂਰਾ ਯਾਨੀ ਪ੍ਰਭਾਵ ਪਿਆ। ਬਿਲਕੁਲ ਵਿਹਲੇ ਬੈਠੇ ਸਾਰੇ ਦੁਕਾਨਦਾਰ ਕਿ ਇੰਨਾ ਮਾੜਾ ਸਮਾਂ ਲਿਆਤਾ ਇਹਨਾਂ ਨੇ, ਸਰਕਾਰ ਨੇ, ਕਿ ਇੱਕ ਤਹਿਸ ਨਹਿਸ ਕਰ ਦਿੱਤੀ ਹੈਗੀ ਸਾਰੇ ਹਿੰਦੁਸਤਾਨ ਦੀ। ਗਾਹਕ ਆਉਂਦਾ ਹੀ ਨਹੀਂ ਕੋਈ ਬਾਜ਼ਾਰ 'ਚ, ਕੰਮਕਾਰ ਬਿਲਕੁਲ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਸਾਂਝ ਟੀਵੀ। ਸੋ ਅੱਜ ਅਸੀਂ ਆਏ ਹਾਂ ਫਗਵਾੜੇ ਦੇ ਸਰਾਫਾਂ ਬਾਜ਼ਾਰ 'ਚ, ਜਿੱਥੇ ਕਿ ਅਸੀਂ ਵੱਖ-ਵੱਖ ਜਵੈਲਰੀ ਸ਼ਾਪਕੀਪਰਸ ਵਾਲਿਆਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਜਿਹੜੀ ਕਿ ਇੱਕ ਜਵੈਲਰੀ ਮੰਨੀ ਜਾਂਦੀ ਹੈ ਕਿ ਜਿਹੜੇ ਲੋਕਾਂ ਦੇ ਸ਼ਿੰਗਾਰ ਦਾ ਅਹਿਮ ਹਿੱਸਾ ਮੰਨੀ ਜਾਂਦੀ ਆ। ਇਹ ਜਿਹੜਾ ਕਿ ਕਿਸਾਨੀ ਅੰਦੋਲਨ ਜਿਹੜਾ ਭਖਿਆ ਹੋਇਆ ਹੈ, ਉਹ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਕਿ ਹਰ ਜਿਹੜਾ ਬੱਚਾ ਜਿਹੜਾ ਬਜ਼ੁਰਗ ਆ ਉਹ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਖੜਾ ਆ। ਤੇ ਇਸ ਨਾਲ ਕਿ ਇਹ ਵੀ ਮਾੜਾ ਪ੍ਰਭਾਵ ਕਹਿ ਰਿਹਾ ਕਿ ਦੁਕਾਨਦਾਰਾਂ ਜਿਹੜਾ ਕਿ ਕੰਮ ਠੱਪ ਹੋ ਚੁੱਕਿਆ ਹੈ। ਤੇ ਪਹਿਲਾਂ ਕਿ ਕਰੋਨਾ ਕਾਰਨ ਮੰਦੀ ਛਾਈ ਸੀ, ਤਾਂ ਉੱਥੇ ਕਹਿ ਸਕਦੇ ਹਾਂ ਕਿ ਹੁਣ ਕਿਸਾਨੀ ਅੰਦੋਲਨ ਕਾਰਨ, ਕਿਉਂਕਿ ਜਿਹੜੇ ਕਿ ਕਿਸਾਨ ਸਾਰੇ ਦਿੱਲੀ 'ਚ ਬੈਠੇ ਹੋਏ ਨੇ ਤੇ ਜਿਹੜੇ ਕਿ ਗਾਹਕ ਆ ਉਹ ਦੁਕਾਨਾਂ 'ਚ ਬਹੁਤ ਹੀ ਨਾ ਦੇ ਬਰਾਬਰ ਹੀ ਆ ਰਹੇ ਨੇ। ਇਸ ਬਾਰੇ ਆਪਾਂ ਹੁਣ ਜਿਹੜੇ ਕਿ ਵੱਖ-ਵੱਖ ਦੁਕਾਨਦਾਰਾਂ ਤੋਂ ਵਿਊ ਲੈਂਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਆ। ਆਓ ਕਰਦੇ ਹਾਂ ਵੱਖ-ਵੱਖ ਦੁਕਾਨਦਾਰਾਂ ਨਾਲ ਗੱਲਬਾਤ। ਸਰ, ਜਿਵੇਂ ਕਿ ਜਿਹੜਾ ਕਿਸਾਨੀ ਅੰਦੋਲਨ ਆ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਭਖਿਆ ਹੋਇਆ ਆ ਤੇ ਇਸ ਟਾਈਮ ਉਹ ਕਈ ਜਨ ਅੰਦੋਲਨ ਬਣ ਚੁੱਕਾ ਆ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਕਿਸਾਨ ਅੰਦੋਲਨ ਜਿਹੜਾ ਕਿ ਪੂਰੇ ਦੇਸ਼ ਵਿੱਚ ਇਸ ਵੇਲੇ ਬਹੁਤ ਪ੍ਰਭਾਵੀ ਹੋ ਰਿਹਾ ਹੈ, ਉਸ ਦਾ ਸਾਡੀ ਮਾਰਕੀਟ ਦੇ ਉੱਪਰ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਮਾਰਕੀਟ ਦੇ ਵਿੱਚ ਗ੍ਰਾਹਕ ਨਾਮ ਦੀ ਚੀਜ਼ ਬਹੁਤ ਘਟਦੀ ਜਾ ਰਹੀ ਹੈ, ਕਿਉਂਕਿ ਵਪਾਰ ਜਿਹੜਾ ਦੋ ਚੀਜ਼ਾਂ ਤੇ ਨਿਰਭਰ ਕਰਦਾ ਹੈ, ਇੱਕ NRI ਹੈ ਤੇ ਔਰ ਇੱਕ ਕਿਸਾਨਾਂ ਦੇ ਉੱਪਰ। NRI ਆ ਨਹੀਂ ਰਿਹਾ ਔਰ ਕਿਸਾਨ ਅੰਦੋਲਨ 'ਚ ਫਸੇ ਹੋਏ ਹਨ। ਇਸ ਕਰਕੇ ਮਾਰਕੀਟ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ, ਬਹੁਤ ਮੰਦੀ ਦੇ ਹਾਲਾਤ ਚੱਲ ਰਹੇ ਨੇ। ਕਿ ਜਿਹੜੇ ਕਿ ਕਿਸਾਨ ਜਿਹੜੇ ਅੰਦੋਲਨ ਕਰ ਰਹੇ ਉਹ ਸਹੀ ਆ ਕਿ ਸਰਕਾਰ ਨੂੰ ਉਹਨਾਂ ਦੀ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ? ਇਹ ਦੇਖੋ, ਇਹ ਸਰਕਾਰ ਔਰ ਉਹ ਸੰਗਠਨ ਦਾ ਆਪਸੀ ਮਾਮਲਾ ਹੈ। ਉਸ ਦੇ ਵਿੱਚ ਕੁਝ ਮੰਗਾਂ ਜਿਹੜੀਆਂ ਸਰਕਾਰ ਨੇ, ਕਿਸਾਨਾਂ ਨੇ ਸਰਕਾਰ ਦੇ ਅੱਗੇ ਰੱਖੀਆਂ ਹਨ, ਇਹ ਸਰਕਾਰ ਔਰ ਕਿਸਾਨ ਆਪਸ ਵਿੱਚ ਮਿਲ ਕੇ ਹੀ ਸਮਝੌਤਾ ਕਰ ਸਕਦੇ ਹਨ। ਜਿਹੜੀਆਂ ਉਹਨਾਂ ਦੀ ਜਾਇਜ਼ ਮੰਗਾਂ ਮੰਨਣੀਆਂ ਚਾਹੀਦੀਆਂ ਹੈਗੀਆਂ, ਜਿਹੜੀਆਂ ਨਹੀਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਔਰ ਐਜੀਟੇਸ਼ਨ ਖਤਮ ਕਰਨੀ ਚਾਹੀਦੀ ਹੈ। ਸਰ, ਜਿੱਦਾਂ ਕਿ ਜਿਹੜਾ ਕਿਸਾਨੀ ਅੰਦੋਲਨ ਦੇ ਕਰਕੇ ਬਹੁਤ ਹੀ ਮੰਦੀ ਆ ਰਹੀ ਹੈ ਇਸ ਟਾਈਮ, ਕਿੰਨਾ ਕੁ ਤੁਹਾਡੇ ਮਤਲਬ ਪ੍ਰੋਫਿਟ 'ਚ ਕੀ ਫਰਕ ਪਿਆ ਜਾਂ ਕਿੰਨੀ ਕੁ ਸੇਲ 'ਚ ਫਰਕ ਪਿਆ ਆ? ਦੇਖੋ, ਇਹਦੇ ਬਾਰੇ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ, ਹਰ ਇੱਕ ਦਾ ਅਲੱਗ-ਅਲੱਗ ਸਿਸਟਮ ਹੁੰਦਾ ਹੈ। ਲੇਕਿਨ ਇੰਨਾ ਜ਼ਰੂਰ ਕਹਾਂਗਾ ਕਿ ਮਾਰਕੀਟ ਦੇ ਵਿੱਚ ਅੰਦੋਲਨ ਦਾ ਰੱਜ ਕੀ ਅਸਰ ਹੈ ਔਰ ਮਾਰਕੀਟ ਜਿਹੜੀ ਹੈਗੀ ਹੈ ਬਹੁਤ ਡਾਊਨ ਜਾ ਰਹੀ ਹੈ। ਹਰ ਬੰਦਾ ਆਪਣੀ ਜਗ੍ਹਾ ਤੇ ਆਪਣੇ ਆਪ ਦੇ ਵਿੱਚ ਬਹੁਤ ਟਾਈਟ ਮਹਿਸੂਸ ਕਰ ਰਿਹਾ ਹੈ, ਆਪਣੇ ਖਰਚੇ ਕਰਨ ਤੋਂ ਵੀ ਬਹੁਤ ਤੰਗ ਮਹਿਸੂਸ ਹੋ ਰਿਹਾ ਹੈ। ਤੁਸੀਂ ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ, ਕੁਝ ਵੀ ਆਪਣਾ ਕੋਈ ਵਿਊ ਦੇਣਾ ਚਾਹੁੰਦੇ ਹੋ? ਸਰਕਾਰ ਅੱਗੇ ਇਹੀ ਪ੍ਰਾਰਥਨਾ ਹੈ ਕਿ ਸਰਕਾਰਾਂ ਜਿਹੜੀਆਂ ਹਨ ਉਹਨਾਂ ਦੇ ਸਿਰ ਤੇ ਦੇਸ਼ ਚੱਲਦਾ ਹੈ ਔਰ ਉਹਨਾਂ ਨੂੰ ਜਿਸ ਤਰ੍ਹਾਂ ਵੀ ਕਿਸੇ ਸੰਗਠਨ ਨੂੰ, ਕਿਸੇ ਬਰਾਦਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤੇ ਉਸ ਨੂੰ ਬੈਠ ਕੇ ਸਮਝੌਤਾ ਕਰਨਾ ਚਾਹੀਦਾ ਹੈ। ਇਸ ਨੂੰ ਇੰਨਾ ਲੰਬਾ ਚੱਕਰ ਨਹੀਂ ਪਾਉਣਾ ਚਾਹੀਦਾ, ਜਲਦ ਤੋਂ ਜਲਦ ਇਹਦਾ ਸਮਝੌਤਾ ਹੋਣਾ ਚਾਹੀਦਾ ਹੈ ਤਾਂ ਕਿ ਬਾਕੀ ਲੋਕਾਂ ਨੂੰ ਵੀ ਰਾਹਤ ਮਿਲ ਸਕੇ। ਸਰ, ਜਿਵੇਂ ਕਿ ਪਹਿਲਾਂ ਕਰੋਨਾ ਦੇ ਕਾਰਨ ਸੀ ਤੇ ਹੁਣ ਕਿਹਾ ਜਾ ਰਿਹਾ ਕਿ ਕਿਸਾਨੀ ਅੰਦੋਲਨ ਦੇ ਕਾਰਨ ਮਾਰਕੀਟ ਵਿੱਚ ਬਹੁਤ ਮੰਦੀ ਛਾਈ ਹੋਈ ਆ, ਇਸ ਦਾ ਤੁਹਾਡੀ ਦੁਕਾਨਦਾਰੀ ਤੇ ਕੀ ਅਸਰ ਪਿਆ ਹੈ? ਬਿਲਕੁਲ ਖਤਮ ਹੋ ਗਿਆ ਜੀ, ਬਿਲਕੁਲ ਵਿਹਲੇ ਹੀ ਹੋ ਗਏ ਆ। ਕੰਮ ਤਾਂ ਪਹਿਲਾਂ ਵੀ ਹੈ ਨਹੀਂ ਸੀਗਾ, ਹੁਣ ਬਿਲਕੁਲ ਹੀ ਖਤਮ ਹੋ ਗਿਆ। ਅੱਗੇ ਥੋੜਾ ਬਹੁਤ ਗਾਹਕ ਆ ਜਾਂਦਾ ਸੀਗਾ ਪਿੰਡਾਂ ਤੋਂ ਸ਼ਹਿਰਾਂ ਤੋਂ, ਬਿਲਕੁਲ ਬੰਦ ਆ, ਕੋਈ ਆ ਹੀ ਨਹੀਂ ਰਿਹਾ, ਵਿਹਲੇ ਆ ਬਿਲਕੁਲ। ਕਿ ਕਰੋਨਾ ਵਿੱਚ ਜ਼ਿਆਦਾ ਦੁਕਾਨਦਾਰੀ ਠੱਪ ਹੋਈ ਸੀ ਕਿ ਹੁਣ ਕਿਸਾਨੀ ਅੰਦੋਲਨ ਕਾਰਨ? ਕਿਸਾਨੀ ਅੰਦੋਲਨ ਕਰਕੇ ਤਾਂ ਖਤਮ ਹੀ ਹੋ ਗਿਆ ਕੰਮ, ਬਿਲਕੁਲ ਖਤਮ ਹੋ ਗਿਆ ਕੰਮ। ਕਿ ਇਹਦੇ ਵਿੱਚ ਆਪਾਂ ਸਰਕਾਰ ਦਾ ਕਹਿ ਸਕਦੇ ਕਿ ਸਰਕਾਰ ਦਾ ਹੱਥ ਹੈ ਕਿ ਉਹ ਮੰਗਾਂ ਨਹੀਂ ਮੰਨ ਰਹੀ ਹੈ? ਕਿਸਾਨੀ ਅੰਦੋਲਨ ਜਿਹੜਾ ਕਿ ਤੁਹਾਡੀ ਨਜ਼ਰਾਂ ਵਿੱਚ ਸਹੀ ਆ? ਅੰਦੋਲਨ ਸਹੀ ਹੈ, ਜੇ ਉਹ ਕੋਈ ਗੱਲ ਕਰਦੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਜੇ ਕੋਈ ਮੰਨਣ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਥੋੜੀ ਤੁਸੀਂ ਜਿੱਦ ਕਰਕੇ ਬੈਠ ਗਏ ਹੋ, ਇਹ ਬਿਲਕੁਲ ਗਲਤ ਕਰ ਰਿਹਾ ਪ੍ਰਧਾਨ ਮੰਤਰੀ ਮੋਦੀ, ਬਹੁਤ ਗਲਤ ਕਰ ਰਿਹਾ। ਜਿੱਥੇ ਕਿ ਪਹਿਲਾਂ 26 ਦੀ ਹਿੰਸਾ ਵੀ ਹੋਈ ਆ, ਜਿਹਦੇ ਵਿੱਚ ਤਾਰਪੀੜੋ ਹੋਣ ਤੇ ਕਗਾਰ ਤੇ ਸੀਗਾ ਕਿਸਾਨੀ ਅੰਦੋਲਨ, ਤੇ ਫਿਰ ਹੁਣ ਕਿਹਾ ਜਾ ਰਿਹਾ ਕਿ ਜਿਹੜੀ ਕਿਸਾਨੀ ਸੰਗਠਨਾਂ ਉਹ ਇੱਕ ਹੋ ਚੁੱਕੀਆਂ ਆ। ਤੇ ਇਸ ਵੇਲੇ ਤੁਸੀਂ ਹੁਣ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਆ? ਬਸ ਉਹਨਾਂ ਨਾਲ ਬੈਠ ਕੇ ਗੱਲਬਾਤ ਕਰੋ, ਜਿਹੜੀਆਂ ਉਹਨਾਂ ਦੀ ਮੰਗਾਂ, ਜਾਇਜ਼ ਮੰਗਾਂ, ਉਹਨਾਂ ਨੂੰ ਸੁਣੋ, ਉਹਨਾਂ ਨਾਲ ਬੈਠ ਕੇ ਸਮਝੌਤਾ ਕਰੋ ਤਾਂ ਕਿ ਸਾਰਾ ਕੰਮ ਚੱਲਦਾ ਰਹੇ।
ਸਰ ਜਿਹੜੇ ਕਿ ਕਿਸਾਨ ਆ ਪਿਛਲੇ ਕਾਫੀ ਸਮੇਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਆਪਣੇ ਹੱਕਾਂ ਲਈ ਜਿਹੜੀ ਕਿ ਲੜਾਈ ਲੜਦੇ ਆ, ਪਿਛਲੇ ਕਾਫੀ ਸਮੇਂ ਤੋਂ ਅੰਦੋਲਨ ਕਰਕੇ ਬੈਠੇ ਆ, ਪਰ ਸਰਕਾਰ ਜਿਹੜੀ ਕਿ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ। ਇਸ ਬਾਰੇ ਤੁਹਾਡਾ ਕੀ ਕਹਿਣਾ? ਕਿਸਾਨ ਜਿਹੜੀਆਂ ਮੰਗਾਂ ਮੰਗ ਰਹੇ ਆ, ਜੇ ਉਹ ਮੰਗਾਂ ਸਹੀ ਆ ਤਾਂ ਗਵਰਨਮੈਂਟ ਨੂੰ ਜ਼ਰੂਰ ਮੰਨਣੀਆਂ ਚਾਹੀਦੀਆਂ। ਬਾਕੀ ਉਹਦੇ ਨਾਲ ਸਾਰਿਆਂ ਦੀ ਜ਼ਿੰਦਗੀ ਤੇ ਫਰਕ ਆ। ਕਿਸਾਨਾਂ ਦੀ ਵਿਚਾਰਿਆਂ ਦੀ ਬੜੀ ਔਖੀ ਜ਼ਿੰਦਗੀ ਆ। ਗਵਰਨਮੈਂਟ ਨੂੰ ਚਾਹੀਦਾ ਕਿ ਮੰਨ ਲੈਣਾ ਚਾਹੀਦਾ ਆ, ਜੋ ਵੀ ਕਹਿੰਦੇ ਆ, ਜੋ ਸਹੀ ਮੰਗਾਂ ਉਹਨਾਂ ਦੀਆਂ ਮੰਨਣੀਆਂ ਚਾਹੀਦੀਆਂ ਗਵਰਨਮੈਂਟ। ਸਰ ਇੰਨੀ ਹੱਡ ਕੰਬਾਊ ਠੰਡ ਵਿੱਚ ਕਿਸਾਨ ਦਿੱਲੀ ਦੀ ਦੜੀ ਧਰਤੀ ਤੇ ਬੈਠੇ ਆ ਤੇ ਮਤਲਬ ਕਿ ਉਹ ਫਿਰ ਵੀ ਕਿਹਾ ਜਾ ਰਿਹਾ ਕਿ ਉਹ ਆਤੰਕਵਾਦੀ ਆ ਜਾਂ ਕੋਈ ਖਾਲਿਸਤਾਨੀ ਆ। ਨਹੀਂ, ਇਹ ਬਿਲਕੁਲ ਸਿੱਧਾ ਆਰੋਪ ਲਾਉਣਾ ਤਾਂ ਬਿਲਕੁਲ ਗਲਤ ਆ ਬਈ ਸਾਰੇ ਹੀ ਆਤੰਕਵਾਦੀ ਆ। ਹਾਂ, ਕੁਝ ਕਿਸੇ ਸੰਗਠਨ ਦਾ ਜੇ ਕੋਈ ਹੱਥ ਹੋਵੇ ਤਾਂ ਉਹ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ, ਉਹ ਬੰਦੇ ਲੱਭਣੇ ਚਾਹੀਦੇ ਆ। ਬਾਕੀ ਸਾਰਿਆਂ ਨੂੰ ਤਾਂ ਅੱਤਵਾਦੀ ਨਹੀਂ ਕਿਹਾ ਜਾ ਸਕਦਾ। ਕੋਈ ਵੀ ਅੱਤਵਾਦੀ ਨਹੀਂ ਹੈਗਾ, ਅਗਲੇ ਆਪਣੇ ਹੱਕ ਲੈਣ ਗਏ ਆ। ਕੋਈ ਬੰਦਾ ਅੱਤਵਾਦੀ ਇਹ ਥੋੜੀ ਕਿ ਸਾਰੇ ਅੱਤਵਾਦੀ ਬੈਠੇ ਆ। ਸਰ ਪਹਿਲਾਂ ਕਿ ਜਿੱਥੇ ਕਿ ਕਰੋਨਾ ਕਾਰਨ ਜਿਹੜੀ ਕਿ ਬਾਜ਼ਾਰਾਂ ਵਿੱਚ ਮੰਦੀ ਛਾਈ ਪਈ ਸੀਗੀ ਤੇ ਉੱਥੇ ਹੀ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਹੋ ਗਈ, ਉਹਨਾਂ ਨਾਲ ਕੀ ਅਸਰ ਪਿਆ ਬਾਜ਼ਾਰਾਂ 'ਚ? ਕਿਸਾਨੀ ਅੰਦੋਲਨ ਨਾਲ ਦੇਖੋ ਫਰਕ ਤਾਂ ਹੈਗਾ ਹੀ ਆ, ਨੈਚੁਰਲ ਗੱਲ ਆ। ਬਾਕੀ ਜਿਨ੍ਹਾਂ ਨੇ ਆਪਣੇ ਫੰਕਸ਼ਨ ਕਰਨੇ ਉਹ ਕਰੀ ਵੀ ਜਾਂਦੇ ਆ, ਠੀਕ ਆ। ਅਗਲੇ ਉਹ ਆਪਣੇ ਕੰਮ ਤੇ ਲੱਗੇ ਹੋ ਆ, ਦੁਕਾਨਦਾਰ ਆਪਣੇ ਕੰਮ ਤੇ ਲੱਗੇ ਹੋ ਆ। ਨਹੀਂ, ਦੁਕਾਨਦਾਰਾਂ 'ਚ ਪਹਿਲਾਂ ਨਾਲੋਂ ਮੰਦੀ ਛਾਈ ਆ। ਮੰਦੀ ਤਾਂ ਹੈ ਹੀ ਹੈ ਜੀ, ਮੰਦੀ ਤਾਂ ਨੈਚੁਰਲ ਗੱਲ, ਮੰਦੀ ਤਾਂ ਹੈਗੀ ਹੈ। ਹਾਂਜੀ, ਓਕੇ, ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਹੱਲ ਕੱਢੇ, ਜੋ ਵੀ ਸਹੀ ਹੱਲ ਨਿਕਲਦਾ। ਕਿਸਾਨਾਂ ਨੂੰ ਵੀ ਚਾਹੀਦਾ ਹੈ ਜੋ ਸਰਕਾਰ ਕਹਿੰਦੀ ਹੈ, ਸਰਕਾਰ ਦੇ ਨਾਲ ਮੇਲ ਬੈਠ ਕੇ ਜੇ ਗੱਲ ਬਣਦੀ ਆ ਤਾਂ ਬਣਾਉਣੀ ਚਾਹੀਦੀ ਹੈ। ਸਰ ਪਹਿਲਾਂ ਜਿੱਦਾਂ ਕਰੋਨਾ ਦੇ ਕਰਕੇ ਮੰਦੀ ਛਾਈ ਸੀ, ਉੱਥੇ ਹੁਣ ਜਿਹੜਾ ਕਿਸਾਨੀ ਅੰਦੋਲਨ ਵੀ ਚੱਲ ਪਿਆ ਆ ਤੇ ਇਹਦੇ ਨਾਲ ਕਿੰਨਾ ਕੁ ਕੀ ਗਾਹਕਾਂ ਨੂੰ ਫਰਕ ਪਿਆ ਜਾਂ ਕਿੰਨਾ ਕੁ ਬਾਜ਼ਾਰਾਂ ਵਿੱਚ ਜਿਹੜੀ ਚਹਿਲ ਪਹਿਲ ਲੱਗੀ ਹੋਈ ਆ? ਬਾਜ਼ਾਰ ਤਾਂ ਜੀ ਕਰੋਨਾ ਨਾਲ ਵੀ ਬਿਲਕੁਲ ਕੰਮ ਖਤਮ ਸੀਗਾ। ਹੁਣ ਕਿਸਾਨੀ ਅੰਦੋਲਨ ਨਾਲ ਵੀ ਬਹੁਤ ਫਰਕ ਪੈ ਗਿਆ, ਪੂਰਾ ਯਾਨੀ ਪ੍ਰਭਾਵ ਪਿਆ। ਬਿਲਕੁਲ ਵਿਹਲੇ ਬੈਠੇ ਸਾਰੇ ਦੁਕਾਨਦਾਰ। ਸਰ ਕਿਸਾਨ ਜਿਹੜੇ ਕਿ ਆ 6 ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਚੁੱਕਾ, ਇੰਨੀ ਹੱਡ ਕੰਬਾਊ ਠੰਡ ਵਿੱਚ ਬੈਠੇ ਆ, ਅੰਦੋਲਨ ਕਰ ਰਹੇ ਆ, ਪਰ ਜਿਹੜੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਰਹਿੰਦੀ ਪਈ। ਇਸ ਬਾਰੇ ਤੁਹਾਡਾ ਕੀ ਕਹਿਣਾ? ਇਹਨਾਂ ਕਿਸਾਨਾਂ ਦੀ ਜਾਣੀ ਪੂਰੀ ਜਿਹੜੀਆਂ ਮੰਗਾਂ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਤੇ ਫਿਰ ਇਹ ਮਸਲਾ ਹੱਲ ਹੋਣਾ, ਤਾਂ ਹੀ ਬਾਜ਼ਾਰ ਚੱਲਣੇ ਆ ਜੀ। ਸਰ ਜਿਹੜਾ ਕਿ ਕਿਸਾਨੀ ਅੰਦੋਲਨ ਆ ਜਨ ਅੰਦੋਲਨ ਬਣ ਚੁੱਕਾ ਹੈ, ਹਰ ਬੱਚਾ ਤੇ ਬਜ਼ੁਰਗ ਜਿਹੜਾ ਕਿ ਕਿਸਾਨੀ ਹੱਕ 'ਚ ਖੜਾ ਆ, ਇਸ ਬਾਰੇ ਤੁਹਾਡਾ ਕੀ ਵਿਚਾਰ ਆ? ਦੇਖੋ ਮੈਡਮ, ਇਸ ਬਾਰੇ ਵਿਚਾਰ ਇੱਦਾਂ ਆ ਕਿ ਜਿਹੜੇ ਹੈਗੇ ਆਪਣਾ ਕਿਸਾਨ ਤੇ ਸਰਕਾਰ ਨੂੰ ਸਮਝੌਤਾ ਮਿਲ ਕੇ ਬੈਠ ਕੇ ਸਮਝੌਤਾ ਕਰ ਲੈਣਾ ਚਾਹੀਦਾ ਆ। ਠੀਕ ਹੈ, ਕੰਮਾਂ ਕਾਰਾਂ ਨੂੰ ਇਸ ਲਈ ਬਹੁਤ ਫਰਕ ਪੈ ਰਿਹਾ ਹੈ। ਕੰਮਕਾਰ ਆਪਣੀ ਨਾ ਬਹੁਤ ਘੱਟ ਰਹੇ ਨੇ ਤੇ ਇਸ ਲਈ ਸਮਝੌਤਾ ਕਰ ਲੈਣ ਤੇ ਸਾਰੇ ਖੁਸ਼ਹਾਲ ਹੋ ਜਾਣਗੇ, ਵਧੀਆ ਹੋ ਜਾਊਗਾ। ਤੇ ਨਹੀਂ ਤੇ ਤਾਂ ਕੰਮ ਖਰਾਬ ਹੋ ਰਿਹਾ ਇੱਦਾਂ। ਕਿ ਬਾਜ਼ਾਰਾਂ 'ਚ ਜਿਹੜੇ ਕੰਮਕਾਰ ਘਟੇ ਆ, ਇਹਦੇ ਵਿੱਚ ਕਹਿ ਸਕਦੇ ਕਿ ਕਿਸਾਨੀ ਅੰਦੋਲਨ ਦਾ ਹੱਥ ਆ, ਜਿਹਦਾ ਕਿਸਾਨ ਜਿਹੜੇ ਆ ਸਾਰੇ ਉੱਥੇ ਬੈਠੇ ਹੋਏ ਦਿੱਲੀ 'ਚ ਜਾ ਕੇ ਤਾਂ ਕੰਮਕਾਰ ਘਟਣ ਦਾ ਵੱਡਾ ਕਾਰਨ ਇਹਨੂੰ ਕਹਿ ਸਕਦੇ ਆ? ਨਹੀਂ, ਕਾਰਨ ਤੇ ਥੋੜਾ ਬਹੁਤ ਤਾਂ ਫਰਕ ਪੈਂਦਾ ਹੀ ਹੈ ਜੀ। ਦੇਖੋ ਜੀ, ਠੀਕ ਹੈ ਨਾ, ਤੇ ਸਾਰੇ ਕਿਸਾਨ ਤਾਂ ਉੱਥੇ ਜਾ ਕੇ ਬੈਠੇ ਆ, ਉਹਨਾਂ ਦਾ ਵੀ ਨੁਕਸਾਨ ਹੋ ਰਿਹਾ ਆ, ਠੀਕ ਹੈ ਨਾ, ਤੇ ਸਭ ਦਾ ਨੁਕਸਾਨ ਹੋ ਰਿਹਾ ਹੈ। ਤਾਂ ਫਿਰ ਇਹ ਗੱਲ ਸਹੀ ਨਹੀਂ ਹੈ ਜੀ। ਕਿ ਜਿਹੜੀ ਕਿ ਕਿਸਾਨਾਂ ਦੀ ਮੰਗਾਂ ਨੇ ਉਹ ਜਾਇਜ਼ ਨੇ ਕਿ ਸਰਕਾਰ ਨੂੰ ਉਹਨਾਂ ਦੀ ਮੰਗਾਂ ਮੰਗ ਲੈਣੀਆਂ ਚਾਹੀਦੀਆਂ? ਹਾਂ, ਮੰਗ ਲੈਣੀ ਚਾਹੀਦੀਆਂ, ਸਰਕਾਰ ਨੂੰ ਮੰਨਣੀਆਂ ਚਾਹੀਦੀਆਂ। ਇਹ ਮੰਗਾਂ ਯਾਨੀ ਮਤਲਬ ਕਹਿੰਦੇ ਮੰਨਣਗੇ ਤਾਂ ਹੀ ਸਹੀ ਰਹੂਗਾ ਕੰਮ। ਕਿ ਇਦਾਂ ਕਿਹਾ ਜਾ ਰਿਹਾ ਕਿ ਜਿਹੜੀ ਕਿ ਸਰਕਾਰ ਉਹ ਅੰਬਾਨੀ ਅਡਾਨੀਆਂ ਦੇ ਇਸ਼ਾਰਿਆਂ ਤੇ ਚੱਲ ਰਹੀ ਆ, ਕਿ ਇਹ ਸਹੀ ਆ ਕਿਸੇ ਹੱਦ ਤੱਕ? ਸਰਕਾਰ ਨਹੀਂ ਕਿ ਤਾਂ ਗੱਲ ਸਹੀ ਨਹੀਂ ਹੈਗੀ ਜੀ, ਇਹ ਤਾਂ ਗੱਲ ਗਲਤ ਹੈਗੀ ਹੈ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਰਕਾਰ ਨੂੰ ਇਹਨਾਂ ਦੇ ਮਤਲਬ ਕਹਿੰਦਾ ਕਿ ਇਹਨਾਂ ਦੇ ਮੰਗਾਂ ਮੰਗ ਲੈਣੀਆਂ ਚਾਹੀਦੀਆਂ, ਜਾਇਜ਼ ਕਰ ਲੈਣਾ ਚਾਹੀਦਾ ਜੋ ਵੀ ਹੈਗਾ। ਸੋ ਜੋ ਇੰਨੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਆ, ਇਸ ਨਾਲ ਤੁਹਾਡੀ ਦੁਕਾਨਦਾਰੀ ਤੇ ਕੀ ਫਰਕ ਪਿਆ ਆ? ਕੰਮ ਸਾਡਾ ਬਿਲਕੁਲ ਠੱਪ ਪਿਆ ਇਸ ਟਾਈਮ, ਕਾਫੀ ਫਰਕ ਪੈ ਚੁੱਕਾ। ਪਹਿਲਾਂ ਕਰੋਨਾ ਦੀ ਮਾਰ ਸੀ, ਹੁਣ ਕਿਸਾਨਾਂ ਦੇ ਕਰਕੇ ਕੰਮ ਸਾਡਾ ਬਿਲਕੁਲ ਠੱਪ ਪਿਆ ਇਸ ਟਾਈਮ। ਸਰ ਕਰੋਨਾ 'ਚ ਜ਼ਿਆਦਾ ਮੰਦੀ ਛਾਈ ਸੀ ਕਿ ਹੁਣ ਕਿਸਾਨੀ ਅੰਦੋਲਨ ਨਾਲ ਜ਼ਿਆਦਾ ਮੰਦੀ ਛਾਈ? ਕਿਸਾਨੀ ਅੰਦੋਲਨ ਨਾਲ ਜ਼ਿਆਦਾ ਮੰਦੀ ਛਾਈ ਬਾਅਦ 'ਚ ਬਿਲਕੁਲ। ਤੇ ਕੀ ਸਰਕਾਰ ਜਿਹੜੀਆਂ ਕਿ ਆ ਮੰਗਾਂ ਮੰਨ ਨਹੀਂ ਰਹੀ ਹੈਗੀ, ਇੰਨੇ ਮਹੀਨੇ ਤੋਂ ਜਿਹੜੇ ਕਿ ਕਿਸਾਨ ਹੱਡ ਕੰਬਾਊ ਠੰਡ ਵਿੱਚ ਬੈਠੇ ਆ, ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਰਹਿੰਦੀ ਪਈ, ਇਸ ਬਾਰੇ ਤੁਹਾਡਾ ਕੀ ਵਿਚਾਰ ਆ? ਨਹੀਂ, ਸਰਕਾਰ ਨੂੰ ਜਾਇਜ਼ ਮੰਨਾਂ ਤਾਂ ਮੰਗਣੀ ਚਾਹੀਦੀ ਹੈ, ਜੋ ਹੈਗਾ ਬਿਲਕੁਲ ਜਿਹੜੀ ਸਹੀ ਡਿਮਾਂਡਾਂ ਉਹ ਮੰਨਣੀ ਚਾਹੀਦੀਆਂ। ਇਸ ਚੀਜ਼ ਦਾ ਫਰਕ ਪੈਣਾ ਚਾਹੀਦਾ ਨਾਲ ਕਿ ਜਿਹੜੇ ਕਿ ਕਿਸਾਨ ਆਪਣੀ ਹੱਕਾਂ ਦੀ ਲੜਾਈ ਲੜ ਰਹੇ ਹੋ, ਸਾਰੇ ਦੁਨੀਆ ਦੀ ਹੱਕਾਂ ਦੀ ਲੜਾਈ, ਕਿਉਂਕਿ ਜੇਕਰ ਕੁਝ ਵੀ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਭ ਕੁਝ ਮਹਿੰਗਾ ਹੋ ਜਾਊਗਾ। ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ? ਤੇ ਮਹਿੰਗਾਈ ਤਾਂ ਹਰ ਸਾਲ ਵੱਧਦੀ ਜਾ ਰਹੀ, ਉਹ ਤਾਂ ਅੱਗੇ ਆਫਟਰ ਹਮੇਸ਼ਾ ਤੋਂ ਵੱਧਦੀ ਆਈ, ਕਾਫੀ ਫਰਕ ਪੈ ਰਿਹਾ ਕਾਫੀ ਕੰਮਾਂ ਨੂੰ। ਤੁਸੀਂ ਕੋਈ ਸਰਕਾਰ ਨੂੰ ਕੋਈ ਵੀ ਆਪਣੇ ਸੰਦੇਸ਼ ਦੇਣਾ ਚਾਹੁੰਦੇ ਹੋ, ਕੋਈ ਉਹਨਾਂ ਨਾਲ ਮੰਗ ਕਰਨੀ ਚਾਹੁੰਦੇ ਹੋ? ਸਰਕਾਰ ਨੂੰ ਤਾਂ ਇਹੀ ਕਹਿਣਾ ਚਾਹੁੰਦੇ ਕਿ ਡਿਮਾਂਡ ਮੰਗਾਂ ਮੰਨੀਆਂ ਜਾਣ, ਉਹਨਾਂ ਦੀ ਜੋ ਵੀ ਹੈਗਾ ਜਾਇਜ਼ ਜਾਏਗਾ, ਉੱਥੇ ਕੁਝ
ਸਰ ਕਿ ਜਿਹੜਾ ਕਿ ਕਿਸਾਨੀ ਅੰਦੋਲਨ ਆ ਇੰਨੇ ਸਮੇਂ ਤੋਂ ਭਖਿਆ ਹੋਇਆ ਆ, ਇਹਦੇ ਨਾਲ ਕੀ ਦੁਕਾਨਦਾਰੀ ਤੇ ਕੀ ਇਫੈਕਟ ਪਿਆ ਆ? ਬਹੁਤ ਜ਼ਿਆਦਾ ਪਿਆ ਜੀ। ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਜਿਹੜੇ ਵੀ ਬੰਦੇ ਉੱਥੇ ਬੈਠੇ ਨੇ ਉਹਨਾਂ ਦਾ ਧਿਆਨ ਕਰਨਾ ਚਾਹੀਦਾ, ਸਰਕਾਰ ਨੂੰ ਸੋਚਣਾ ਚਾਹੀਦਾ ਕਿ ਹਾਂ ਵੀ ਇੰਨੇ ਟਾਈਮ ਤੋਂ ਉੱਥੇ ਬੈਠੇ ਨੇ, ਆਪਣੀ ਪੂਰੀ ਘਰ ਪਰਿਵਾਰ ਛੱਡ ਕੇ, ਸਾਰਾ ਜ਼ਿੰਮੇਵਾਰੀਆਂ ਛੱਡ ਕੇ ਉੱਥੇ ਬੈਠੇ ਨੇ, ਤੇ ਸਰਕਾਰ ਨੂੰ ਸੁਣਨਾ ਚਾਹੀਦਾ ਹੈ ਕਿ ਇਹਨਾਂ ਦੇ ਕੋਈ ਹੱਕ ਦੇ ਵਿੱਚ ਫੈਸਲਾ ਲੈਣਾ ਚਾਹੀਦਾ ਹੈ ਜੀ। ਸਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਉੱਥੇ ਕਿਸਾਨੀ ਅੰਦੋਲਨ 'ਚ ਬੈਠੇ ਉਹ ਖਾਲਿਸਤਾਨੀ ਨੇ, ਖਾਲਿਸਤਾਨੀ ਨੂੰ ਪ੍ਰਮੋਟ ਕਰ ਰਹੇ ਨੇ ਜਾਂ ਉਹ ਆਤੰਕਵਾਦੀ ਬੈਠੇ ਨੇ, ਤਾਂ ਇਸ ਬਾਰੇ ਤੁਹਾਡਾ ਕੀ ਕਹਿਣਾ? ਗਲਤ ਕਹਿ ਰਹੇ ਨੇ ਜੀ, ਗਲਤ ਕਹਿ ਰਹੇ ਨੇ, ਸਰਾਸਰ ਗਲਤ ਕਹਿ ਰਹੇ ਨੇ ਜੀ। ਇਹ ਸਰਕਾਰ ਨੂੰ ਇੱਥੇ ਭੁਗਤਾਨ ਇਸ ਵਾਰੀ ਨਹੀਂ, ਆਉਣ ਵਾਲੀ ਚੁਣਾਵਾਂ ਦੇ ਵਿੱਚ ਦੇਣਾ ਪਏਗਾ। ਇਸ ਗੱਲ ਦਾ ਉਹਨੂੰ ਨਤੀਜਾ ਮਿਲੂਗਾ ਜਦੋਂ ਉਹਨੇ ਆਉਣ ਵਾਲੇ ਚੁਣਾਵ ਆਣੇ ਨੇ, ਉਹਨਾਂ ਨੂੰ ਇਸ ਟਾਈਮ ਪਤਾ ਚੱਲੇਗਾ ਖਾਲਿਸਤਾਨੀ ਸੀ ਕਿ ਹਿੰਦੁਸਤਾਨੀ ਸੀ। ਹਿੰਦੁਸਤਾਨ ਦੇ ਵਿੱਚ ਰਹਿ ਕੇ ਹਿੰਦੁਸਤਾਨ ਦੇ ਬੰਦਿਆਂ ਦੇ ਨਾਲ ਹੀ ਇਹ ਗਲਤ ਕਰ ਰਿਹਾ ਹੈਗਾ, ਬਹੁਤ ਗਲਤ ਕਰ ਰਿਹਾ ਜੀ। ਇਸ ਤੋਂ ਵੱਧ ਮੈਂ ਕੁਝ ਕਹਿ ਨਹੀਂ ਸਕਦਾ ਜੀ ਕਿ ਇੰਨਾ ਮਾੜਾ ਸਮਾਂ ਲਿਆਤਾ ਇਹਨਾਂ ਨੇ, ਸਰਕਾਰ ਨੇ, ਕਿ ਇੱਕ ਤਹਿਸ ਨਹਿਸ ਕਰ ਦਿੱਤੀ ਹੈਗੀ ਸਾਰੇ ਹਿੰਦੁਸਤਾਨ ਦੀ। ਸਰ ਜਿਹੜੇ ਕਿ ਚੋਣਾਂ ਵੀ ਹੁੰਦੀਆਂ ਨੇ ਉਹ ਈਵੀਐਮ ਮਸ਼ੀਨਾਂ ਦੇ ਰਾਹੀਂ ਹੁੰਦੀਆਂ ਨੇ, ਕਿ ਬੈਲਟ ਪੇਪਰ ਥਰੂ ਹੋਣੇ ਚਾਹੀਦੇ ਆ ਕਿ ਤਾਂ ਕਿ ਜਿਹੜੇ ਕਿ ਲੋਕਾਂ ਨੇ ਜਿਹੜੀ ਸਰਕਾਰ ਚੁਣਨੀ ਚਾਹੇ ਉਹ ਚੁਣੇ, ਕੋਈ ਵੀ ਘਪਲਾ ਨਾ ਹੋ ਸਕੇ? ਦੇਖੋ ਜੀ, ਘਪਲਾ ਤੇ ਚਾਰੋਂ ਪਾਸੇ ਹੁੰਦਾ ਜੀ, ਚਾਹੇ ਜੋ ਮਰਜ਼ੀ ਕਹਿ ਲਓ, ਸਰਕਾਰ ਦੇ ਹੱਥ ਵਾਸੇ ਸਭ ਕੁਝ, ਜੋ ਮਰਜ਼ੀ ਕਰ ਸਕਦੀ ਹੋ। ਉਹਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਉਹ ਚੋਣਾਂ ਕਿਸ ਤਰੀਕੇ ਪਾ ਰਹੀਆਂ ਨੇ, ਕਿੱਦਾਂ ਪਾ ਰਹੀਆਂ ਨੇ, ਉਹਦੇ ਹੱਥ ਵਸ ਨੇ। ਇਨਸਾਨ ਦੇ ਹੱਥ ਵਸ, ਕੋਈ ਪਬਲਿਕ ਦੇ ਹੱਥ ਵਸ ਨਹੀਂ ਹੈਗੀ ਜੀ। ਕਿ ਜਿਹੜਾ ਕਿ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਇਹ ਕੀ ਸਹੀ ਆ ਬਿਲਕੁਲ ਕਿ ਕਿਸਾਨ ਜਿਹੜੀ ਸਰਕਾਰ ਨੂੰ ਆ ਕਿ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਇਹਨਾਂ ਦੀਆਂ? ਮੰਨਣੀਆਂ ਚਾਹੀਦੀਆਂ ਨੇ ਜੀ। ਗਲਤ ਹੈ ਜੀ, ਬਿਲਕੁਲ ਗਲਤ ਹੈ ਜੀ। ਸਾਰਾ ਮੁਹਤਾਜ ਕਰ ਦੇਣਾ ਇਹਨਾਂ ਨੇ, ਹਿੰਦੁਸਤਾਨ ਹਰ ਕਿਸੇ ਨੂੰ ਗੁਲਾਮ ਬਣਾ ਕੇ ਰੱਖ ਦੇਣਾ। ਇਹ ਅੰਗਰੇਜ਼ਾਂ ਦੇ ਟਾਈਮ ਦਾ ਨਹੀਂ ਗੁਲਾਮੀ ਹੋਈ, ਹੁਣ ਗੁਲਾਮੀ ਹੋ ਜਾਣੀ ਹੈ ਜੀ। ਇੰਨਾ ਮਾੜਾ ਹਾਲ ਹੋ ਰਿਹਾ ਜੀ, ਕਹਿਣ ਦੀ ਹੱਦ ਨਹੀਂ। ਹਰ ਕਿਸੇ ਨੂੰ ਜਿਹੜਾ ਚੰਗਾ ਭਲਾ ਰੋਟੀ ਖਾਂਦਾ ਸੀ ਉਹਨੂੰ ਵੀ ਵਿਕਾਰ ਬਿਠਾ ਦਿੱਤਾ ਹੈਗਾ ਜੀ। ਮਿਡਲ ਤਬਕਾ ਤੇ ਬਿਲਕੁਲ ਹੀ ਖਤਮ ਹੋਈ ਜਾ ਰਿਹਾ, ਗਰੀਬ ਨੂੰ ਤਾਂ ਕਹਿੰਦੇ ਹੀ ਨਹੀਂ ਸੀ ਅਸੀਂ, ਮਿਡਲ ਤਬਕਾ ਵੀ ਬਿਲਕੁਲ ਖਤਮ ਹੋਈ ਜਾ ਰਿਹਾ ਜੀ। ਪਰ ਜਿੱਦਾਂ ਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਚੰਗਾ ਟਾਈਮ ਆਊਗਾ, ਮਾੜਾ ਸਮਾਂ ਜਾਊਗਾ, ਤੇ ਇਹ ਚੰਗਾ ਸਮਾਂ ਤਾਂ ਨਹੀਂ ਲੱਗ ਰਿਹਾ ਹੈਗਾ। ਇਹ ਮੋਦੀ ਦਾ ਚੰਗਾ ਸਮਾਂ ਹੈ ਜੀ, ਸਾਡਾ ਚੰਗਾ ਸਮਾਂ ਨਹੀਂ ਹੈਗਾ। ਇਹ ਮੋਦੀ ਸਰਕਾਰ ਦਾ ਚੰਗਾ ਸਮਾਂ ਹੈ, ਸਾਡਾ ਸਮਾਂ ਚੰਗਾ ਨਹੀਂ ਹੈਗਾ ਜੀ। ਅੰਤ ਵਿੱਚ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜੀ ਸਰਕਾਰ ਨੂੰ ਕਿ ਹਾਂ ਵੀ ਹੁਣ ਇਹ ਐਂਡ ਕਰਨ, ਉਹਨਾਂ ਦੀ ਮੰਗਾਂ ਪੂਰੀਆਂ ਕਰਨ, ਤੇ ਉਹ ਵੀ ਆਪਣੇ ਕੰਮਾਂ ਕਾਰਾਂ ਤੇ ਜਾਣ, ਤੇ ਸਾਰੇ ਦੁਨੀਆ ਵੀ ਆਪਣੇ ਕੰਮਾਂ ਕਾਰਾਂ ਦੇ ਉੱਤੇ ਬੈਠੇ ਤੇ ਆਪਣਾ ਕਾਰੋਬਾਰ ਸਭ ਦੇ ਰੁੜਨ ਤੇ ਕੁਝ ਖਾ ਪੀ ਸਕਣ, ਆਪਣੇ ਬੱਚਿਆਂ ਨੂੰ ਵੀ ਖਵਾ ਸਕਣ। ਸਰ ਕਿਸਾਨੀ ਅੰਦੋਲਨ ਨਾਲ ਕਿ ਜਿਹੜੇ ਕਿ ਬਾਜ਼ਾਰਾਂ 'ਚ ਹੈਗਾ ਕਿ ਰੌਣਕਾਂ ਬਿਲਕੁਲ ਘਟ ਚੁੱਕੀਆਂ, ਕਿਸਾਨ ਸਾਰੇ ਦਿੱਲੀ 'ਚ ਬੈਠੇ ਨੇ, ਤੇ ਇਹਨਾਂ ਗਾਹਕੀ 'ਚ ਕੀ ਫਰਕ ਪਿਆ, ਦੁਕਾਨਦਾਰਾਂ ਨੂੰ ਕੀ ਫਰਕ ਪਿਆ ਹੈ? ਗਾਹਕ ਆਉਂਦਾ ਹੀ ਨਹੀਂ ਕੋਈ ਬਾਜ਼ਾਰ 'ਚ, ਕੰਮਕਾਰ ਬਿਲਕੁਲ ਨਹੀਂ ਹੈਗਾ। ਸਵੇਰੇ ਆ ਕੇ ਉੱਦਾਂ ਹੀ ਵਾਪਸ ਚਲੇ ਜਾਓ ਬਸ, ਹੋਰ ਕੋਈ ਕੰਮ ਕਰਦਾ ਹਾਲ ਖਰਾਬ ਹੋ ਗਿਆ। ਸਰ ਜਿਹੜੇ ਕਿ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਇੰਨੀ ਹੱਡ ਕੰਬਾਉ ਠੰਡ ਵਿੱਚ ਬੈਠੇ ਨੇ ਦਿੱਲੀ, ਤੇ ਕਈ ਸਰਕਾਰ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ, ਤੇ ਇਸ ਬਾਰੇ ਤੁਹਾਡਾ ਕੀ ਵਿਚਾਰ ਆ? ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਜੀ, ਉਹਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਜੇ ਉਹਨਾਂ ਦੀ ਨਹੀਂ ਮਰਜ਼ੀ ਹੈਗੀ ਤੇ ਨਾ ਇਹ ਬਿੱਲ ਨਾ ਆਉਣ। ਮਤਲਬ ਕਿ ਜਿਹੜਾ ਕਿ ਕਿਸਾਨੀ ਅੰਦੋਲਨ ਆ ਉਹ ਸਹੀ ਰਾਹ ਤੇ ਚੱਲ ਰਿਹਾ ਆ? ਚੱਲਦਾ ਪਿਆ ਜੀ, ਸਹੀ ਰਾਹ ਚੱਲਦਾ ਪਿਆ। ਕਿ ਸਰਕਾਰ ਫਿਰ ਆਪਣੇ ਅੜੀਅਲ ਜਿਹੜੇ ਰਵੱਈਏ ਤੇ ਫਿਰ ਵੀ ਅੜੀ ਹੋਈ ਆ, ਕਿ ਮਤਲਬ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਆ? ਇਹ ਤਾਂ ਸਰਕਾਰ ਨੂੰ ਪਤਾ ਜੀ, ਇਹਦਾ ਸਾਨੂੰ ਕੀ ਪਤਾ ਇਹਦਾ ਮਤਲਬ। ਤੁਸੀਂ ਆਖਰ 'ਚ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ? ਅਸੀਂ ਕਹਿੰਦੇ ਜੱਟਾਂ ਨੂੰ ਰਾਹਤ ਦਿੱਤੀ ਜਾਵੇ, ਹੁਣ ਬਿੱਲ ਵਾਪਸ ਲਿਆ ਜਾਵੇ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਜਦੋਂ ਸਾਂਝ ਟੀਵੀ ਦੀ ਟੀਮ ਨੇ ਬਾਜ਼ਾਰ ਦਾ ਦੌਰਾ ਕੀਤਾ ਤਾਂ ਸਾਰੇ ਬਾਜ਼ਾਰਾਂ 'ਚ ਦੁਕਾਨਦਾਰਾਂ ਦਾ ਇਹੀ ਕਹਿਣਾ ਸੀਗਾ ਕਿ ਜਿਹੜਾ ਕਿ ਕਿਸਾਨੀ ਅੰਦੋਲਨ ਨਾਲ ਉਹਨਾਂ ਦਾ ਜਿਹੜਾ ਕੰਮਕਾਰ ਆ ਬਿਲਕੁਲ ਠੱਪ ਹੋ ਚੁੱਕਿਆ ਆ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਤਾਂ ਨੇ, ਪਰ ਜਿੱਥੇ ਕਿ ਜਿਹੜੀ ਕਿ ਸਰਕਾਰ ਹੈ ਉਹਨਾਂ ਦੀ ਮੰਗਾਂ ਨਹੀਂ ਮੰਨ ਰਹੀ, ਉਸ ਕਰਕੇ ਜਿਹੜਾ ਕੰਮਕਾਰ ਆ ਬਿਲਕੁਲ ਹੀ ਠੱਪ ਹੋ ਚੁੱਕਿਆ ਆ। ਕਿਉਂਕਿ ਜਿਹੜੇ ਕਿ ਕਿਸਾਨ ਆ ਜਾਂ ਹੋਰ ਵੀ ਜਿਹੜੇ ਬੱਚੇ ਆ ਜਾਂ ਬਜ਼ੁਰਗ ਆ ਕਿਸਾਨੀ ਅੰਦੋਲਨ 'ਚ ਜਾ ਕੇ ਬੈਠੇ ਨੇ, ਜਿਸ ਕਾਰਨ ਬਾਜ਼ਾਰਾਂ 'ਚ ਤਾਂ ਬਿਲਕੁਲ ਵੀ ਭੀੜ ਜਮ੍ਹਾਂ ਨਹੀਂ ਹੋ ਰਹੀ। ਦੁਕਾਨਦਾਰਾਂ ਨੂੰ ਤਾਂ ਇਹਦਾ ਬਹੁਤ ਹੀ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਆ। ਉਹਨਾਂ ਨੇ ਸਰਕਾਰ ਤੋਂ ਇਹੀ ਮੰਗ ਕੀਤੀ ਆ ਕਿ ਜਲਦ ਤੋਂ ਜਲਦ ਜਿਹੜਾ ਕਿ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ, ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ, ਕਿਉਂਕਿ ਜਿਹੜੇ ਕਿ ਕਿਸਾਨਾਂ ਦੀਆਂ ਮੰਗਾਂ ਉਹ ਜਾਇਜ਼ ਨੇ ਤੇ ਸਰਕਾਰ ਨੂੰ ਉਹਨਾਂ ਦੀ ਜਿਹੜੀਆਂ ਕਿ ਹੱਕ 'ਚ ਬੋਲਣਾ ਚਾਹੀਦਾ ਆ। ਇਸ ਤੋਂ ਅੱਗੇ ਹੋਰ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਸਾਂਝ ਟੀਵੀ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਧਾਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਡਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ
ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ। ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 9814 66471 9815 66471।